श्री वाहेगुरु साहिब जीओ। बाणी गुरु गुरु है बाणी, विच बाणी अमृत सारे। गुरबाणी कह सेवक जन मानै, प्रतख गुरु निस्तारे। ज्यों बोलाव है त्यों बोल है स्वामी, कुदरत कवन हमारी। साध संग नानक जस गायो, जो प्रभु की अत प्यारी। परम सन्मान योग जुगो जुग अटल धन साहिब श्री गुरु ग्रंथ साहिब जी सच्चे पातशाह महाराज जी की पावन पवित्र हजूरी अंदर महापुरुषों की सालाना याद अंदर जुड़ बैठी गुरु रूप खालसा साध संगत जी, सब तो पहला मन की एकाग्रता ਅਤੇ ਰਸਨਾ ਦੀ ਪਵਿੱਤਰਤਾ ਲਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਓ ਜੀ। ਇੱਕ ਵਾਰ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। पंजवें पातशाह साहिब श्री गुरु अर्जन देव जी महाराज संतां बरथाए सोरठ राग में उच्चारण करते हैं। हम संतन की रेन प्यारे, हम संतन की शरणा। महाराज जी उच्चारण करते हैं कि हे प्यारे प्रभु, मैं तेरे संत जना की चरण धूल बन के रहा अते सदा वास्ते संतां दी शरण पिया रहा। संत हमारी ओट सताणी, संत हमारा गहना। संत ही मेरा ओट भाव तकड़ा सहारा है अते संत ही मेरे जीवन नूं सोहना बनाउण वाले हन। हम संतन स्यों बनवाई। हे प्रभु, मेरी प्रीत संतां नाल बन गई है, पूर्व लिखे आप आई। ਅਤੇ ਮੇਰੇ ਪੂਰਬਲੇ ਕਰਮਾਂ ਅਨੁਸਾਰ ਮੈਨੂੰ ਇਹ ਪ੍ਰਾਪਤੀ ਹੋਈ ਹੈ। ਇਹੋ ਮਨ ਤੇਰਾ ਭਾਈ ਰਹਾਉ। ਹੁਣ ਇਹ ਮਨ ਤੇਰਾ ਹੀ ਪ੍ਰੇਮੀ ਬਣ ਕੇ ਰਹਿ ਗਿਆ ਹੈ। ਸੰਤਨ ਸਿਉ ਮੇਰੀ ਦੇਵਾ ਦੇਵੀ, ਸੰਤਨ ਸਿਉ ਵਿਵਹਾਰਾ। हे प्रभु, तेरी मेहर सदका हुण संतां नाल ही मेरा लैण देण अते वर्तन विहार है। संतन सो हम लाह खाटिया, हर भगत भरे भंडारा। संत जनां नाल रह के
ਮੈਂ ਇਹੀ ਲਾਭ ਖੱਟਿਆ ਹੈ ਕਿ ਮੇਰੇ ਅੰਦਰ ਭਗਤੀ ਦੇ ਖਜ਼ਾਨੇ ਭਰ ਗਏ ਹਨ। ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਬਾਰੇ ਸੰਗਤਾਂ ਨੇ ਆ ਕੇ ਸੰਤਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਜਿਸ ਵੇਲੇ ਤਖਤਾਂ ਤਾਜਾਂ ਦੇ ਮਾਲਕ ਸਰਬੰਸ ਦਾਨੀ ਕਲਗੀਆਂ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 3 ਪੋਹ ਦੀ ਅੱਧੀ ਰਾਤ ਨੂੰ ਆਨੰਦਪੁਰੀ ਤੋਂ ਵਿਦਾ ਹੋ ਕੇ ਸਰਸਾ ਨਦੀ ਦੇ ਕੰਢੇ ਤੇ ਪੁੱਜੇ ਸਨ। ਉਸ ਵੇਲੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਗੰਗੂ ਨਾਲ ਖੇੜੀ ਵੱਲ ਨੂੰ ਚਲੇ ਗਏ ਅਤੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਨਾਲ ਦਿੱਲੀ ਵੱਲ ਰਵਾਨਾ ਹੋ ਗਏ ਅਤੇ ਹਜੂਰ 8 ਮਹੀਨਿਆਂ ਦੇ ਭੁੱਖੇ 40 ਸਿੰਘ ਅਤੇ 2 ਵੱਡੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਚਮਕੌਰ ਦੀ ਗੜੀ ਵਿੱਚ ਪੁੱਜੇ ਅਤੇ ਚਮਕੌਰ ਦੀ ਕੱਚੀ ਗੜੀ ਵਿੱਚ 14 ਲੱਖ ਵੈਰੀਆਂ ਨਾਲ ਮੁਕਾਬਲਾ ਕੀਤਾ। 8 ਪੋਹ ਨੂੰ ਜਿਸ ਸਮੇਂ 35 ਸਿੰਘ ਅਤੇ ਵੱਡੇ ਸਾਹਿਬਜ਼ਾਦੇ ਸ਼ਹੀਦੀ ਪਾ ਗਏ, ਖਾਲਸੇ ਦੀ ਬਾਰੰਬਾਰ ਬੇਨਤੀ ਕਰਨ ਨਾਲ 10ਵੇਂ ਪਾਤਸ਼ਾਹ ਤਾੜੀ ਮਾਰ ਕੇ ਚਮਕੌਰ ਦੀ ਗੜੀ ਚੋਂ ਬਾਹਰ ਆਏ ਅਤੇ ਮਾਛੀਵਾੜੇ ਦੇ ਜੰਗਲਾਂ ਨੂੰ ਭਾਗ ਲਾਇਆ। ਹਜੂਰ ਕੁਝ ਦਿਨ ਇੱਥੇ ਰਹਿ ਠਹਿਰੇ ਅਤੇ ਫਿਰ ਖਾਲਸੇ ਦਾ ਭਰੋਸਾ ਦੇਖਣ ਵਾਸਤੇ ਉੱਚ ਦੇ ਪੀਰ ਬਣੇ। ਹਜੂਰ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਨੇਜ ਨੂੰ ਜਾਂਦੇ ਹੋਏ ਰਸਤੇ ਵਿੱਚ ਰਾਮਪੁਰ ਪਿੰਡ ਦੇ ਬਾਹਰ ਠਹਿਰੇ। ਉਸ ਵਕਤ ਇਹ ਪਿੰਡ ਬਹੁਤ ਛੋਟਾ ਹੁੰਦਾ ਸੀ ਅਤੇ ਇਸ ਪਿੰਡ ਦਾ ਮਾਲਕ ਜਿਸ ਦਾ ਨਾਮ ਜਗਤੀਆ ਸੀ, ਉਹ ਔਰੰਗਜ਼ੇਬ ਦਾ ਆਦਮੀ ਸੀ। ਉਹ ਪਿੰਡਾਂ ਵਿੱਚੋਂ ਰਸਦ ਇਕੱਠੀ ਕਰਕੇ ਬਾਦਸ਼ਾਹੀ ਢਾਲ ਭਰਿਆ ਕਰਦਾ ਸੀ। ਜਿਸ ਵੇਲੇ ਉਸ ਨੂੰ ਪਤਾ ਲੱਗਾ ਕਿ 10ਵੇਂ ਪਾਤਸ਼ਾਹ ਆ ਰਹੇ ਹਨ, ਕਿਉਂਕਿ 10ਵੇਂ ਪਾਤਸ਼ਾਹ ਨੇ ਇਸ ਦੇ ਦਰਵਾਜ਼ੇ ਅੱਗੋਂ ਦੀ ਲੰਘਣਾ ਸੀ। ਜਦੋਂ ਇਸ ਨੂੰ ਪਤਾ ਲੱਗਾ ਤਾਂ ਇਸ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ ਅਤੇ ਕਿਹਾ ਕਿ ਮੈਂ ਇਹਨਾਂ ਦੇ ਦਰਸ਼ਨ ਨਹੀਂ ਕਰਦਾ, ਕਿਉਂਕਿ ਇਹਨਾਂ ਨੇ ਮੇਰੇ ਬਾਦਸ਼ਾਹ ਦੀ ਸੈਨਾ ਮਾਰ ਦਿੱਤੀ ਹੈ। 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦ ਰਾਮਪੁਰ ਵਿਖੇ ਪਹੁੰਚੇ, ਉੱਥੇ ਜਗਤੀਏ ਦਾ ਭਤੀਜਾ ਜਿਸ ਦਾ ਪਿਓ ਮਰ ਚੁੱਕਾ ਸੀ, ਉਹ ਇਸ ਦੇ ਡਰ ਤੋਂ ਆਪਣੀ ਮਾਤਾ ਦੇ ਨਾਲ ਆਪਣੇ ਨਾਨਕੇ ਪਿੰਡ ਘੁਲਾਲ ਵਿਖੇ ਰਹਿੰਦਾ ਸੀ। ਜਦ ਉਸ ਨੂੰ ਪਤਾ ਲੱਗਾ ਕਿ ਸੱਚੇ ਪਾਤਸ਼ਾਹ ਆ ਰਹੇ ਹਨ, ਤਾਂ ਉਹ ਦੁੱਧ ਦੀ ਕਾੜ੍ਹਨੀ ਲੈ ਕੇ ਹਜੂਰ ਦੇ ਪਾਸ ਪੁੱਜਾ। ਭਾਵਨਾ ਨਾਲ ਨਮਸਕਾਰ ਕੀਤੀ ਅਤੇ ਨਮਸਕਾਰ ਕਰਨ ਤੋਂ ਬਾਅਦ ਅਰਜ਼ ਕੀਤੀ ਕਿ हे ਸੱਚੇ ਪਾਤਸ਼ਾਹ, ਆਪ ਜੀ ਦੁੱਧ ਛਕੋ। ਹਜੂਰ ਨੇ ਇਸ ਦਾ ਪ੍ਰੇਮ ਵੇਖ ਕੇ ਦੁੱਧ ਸੰਗਤ ਵਿੱਚ ਵਰਤਾ ਦਿੱਤਾ ਅਤੇ ਕਿਹਾ
कि काका तेरा की नाम है। इसने बेनती की कि नाम तो बहुत वड्डा है, लोकी मैनू भारा कहते हैं, पर हाँ मैं एक निमाणा निर्बल ते गरीब जिहा आदमी, अते मेरा चाचा जो कि जायदाद दे लालच करके मैनू मारना चाहता है। हजूर ने पूछा कि उसका की नाम है। अर्ज की कि उसका नाम जगतिया है। हजूर ने पूछा कि वो कौन है, तो उसने कहा कि इस पिंड का मालिक जो कि औरंगजेब का आदमी है। उसने दसिया कि जो उसने सुनिया कि आप जी ने आना है तो तुहानू देख के घर का बूहा उसने बंद कर लिया अते कहा कि मैं उन्होंने दर्शन नहीं करता। तो हजूर ने कहा कि नहीं बई, तू तो गुरु का भारा मल है, अते वचन किया कि तू गरीब ते कमजोर नहीं, गुरु तेरे नाल है। अते वर दिता कि तेरी संतान का वाधा कई पिंडां विच होवेगा अते तेरी तौड़ी हर रोज सवा दून मन उस विच पिया करेगा। अते जो गुरु तो बेमुख हन, जो कि जगतिया जिसने देख के दरवाजा बंद कर लिया सी, उसनू बचत किया कि ना जगतिया ना भगतिया, वो कमौते मौत मरेगा। इतने होर बहुत सारे लोगों को पता लगा कि वो भी भेटा लैके दर्शनों लई सतगुरां पास पुजे। सतगुरां ने सबकी मनोकामना पूरी की अते वर दिता। नगर निवासियों ने सतगुरां नूं बेनती की कि सच्चे पातशाह आप जी दे आवन दी कोई निशानी बख्श जाओ, तां जो आप जी की याद हमेशा वास्ते बनी रहे। उस वेले अमृत वेले का समा सी। सतगुरु श्री गुरु गोबिंद सिंह जी ने रेरू की दातन करके उसे थां गढ़ दी अते वचन किया कि समा पाके यह वृक्ष बन जाएगा अते इसकी पूजा कीतियां मनोकामना पूरियां होया करनगियां। 10वें पातशाह जी ने वचन किया कि 20वीं सदी विच कोई संत महापुरुष आके इस स्थान प्रगट करेगा। सो संगत ने बेनती की कि महाराज, संगत ने बेनती की संत बाबा अतर सिंह जी महाराज जी कि महाराज हुण वो वेला आ चुका है, आप जी कृपा करो इस धरती को भाग लाओ। तो संत बाबा अतर सिंह जी महाराज जी ने प्रेमियों ने पूछा कि उस जगतीय का की हाल होया, जो कि गुरु ने वचन किया सी ना जगतिया ना भगतिया। पूछा कि उसका की हाल होया। संगत ने बेनती की कि महाराज जगतिया उसे दिन अपने घोड़े उत्ते सवार होकर बाहर गया। जिथों की लंघना सी उत्थे एक बहुत बड़ा खाल सी। जो घोड़ा छाल मार के वो खाल लंघन लगा तो झाड़ियां विचों एक साहा डर के बाहर भज पिया। साहे के कारण घोड़ा त्रभक गया
ਅਤੇ ਘੋੜੇ ਦੇ ਤ੍ਰਪਕਣ ਕਾਰਨ ਜਗਤੀਆ ਘੋੜੇ ਤੋਂ ਥੱਲੇ ਡਿੱਗ ਪਿਆ। ਘੋੜੇ ਤੋਂ ਡਿੱਗਦਿਆਂ ਸਾਰ ਹੀ ਉਸ ਦਾ ਇੱਕ ਪੈਰ ਘੋੜੇ ਦੀ ਰਕਾਬ ਵਿੱਚ ਫਸ ਗਿਆ, ਜਿਸ ਕਾਰਨ ਘਿਸਰਦਿਆਂ ਸਾਰਾ ਸਰੀਰ ਛਿੱਲਿਆ ਗਿਆ ਅਤੇ ਉਹ ਕਮੌਤੇ ਮੌਤ ਮਰ ਗਿਆ। ਇਉਂ ਚੋਜੀ ਪ੍ਰੀਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਸੰਗ ਸੁਣ ਕੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਉਹਨਾਂ ਦੇ ਨੇਤਰਾਂ ਵਿੱਚੋਂ ਵਿਰਾਗ ਦਾ ਜਲ ਵਹਿ ਤੁਰਿਆ ਅਤੇ ਇਸ ਅਸਥਾਨ ਨੂੰ ਆਬਾਦ ਕਰਨ ਵਾਸਤੇ ਸੰਤ ਮਹਾਂਪੁਰਸ਼ਾਂ ਨੇ ਪੱਕਾ ਇਰਾਦਾ ਬਣਾ ਲਿਆ, ਤਾਂ ਕਿ ਇੱਕ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੀ ਯਾਦ ਬਣ ਜਾਵੇਗੀ ਅਤੇ ਦੂਸਰਾ ਸੰਗਤਾਂ ਦੀਆਂ ਮਨੋਕਾਮਨਾ ਵੀ ਪੂਰੀਆਂ ਹੁੰਦੀਆਂ ਹਨ। ਸੋ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਉਹਨਾਂ ਨੇ 1901 ਈਸਵੀ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰਕੇ ਗੁਰਦੁਆਰਾ ਰੇਰੂ ਸਾਹਿਬ ਦੀ ਕਾਰਜਤਾ ਦੀ ਆਰੰਭਤਾ ਕੀਤੀ। ਇਸੇ ਪ੍ਰਥਾਏ ਪੰਜਵੇਂ ਪਾਤਸ਼ਾਹ ਅੱਗੇ ਫਰਮਾਨ ਕਰਦੇ ਹਨ, ਸੰਤਨ ਮੋਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ। ਹੇ ਭਾਈ, ਜਦੋਂ ਤੋਂ ਸੰਤ ਜਨਾਂ ਨੇ ਮੈਨੂੰ ਪ੍ਰਮਾਤਮਾ ਦੀ ਭਗਤੀ ਦੀ ਰਾਸ ਪੂੰਜੀ ਦਿੱਤੀ ਹੈ, ਤਦੋਂ ਤੋਂ ਹੀ ਮੇਰੇ ਮਨ ਦਾ ਚਿੰਤਾ ਫਿਕਰ ਲੈ ਗਿਆ ਹੈ। ਧਰਮ ਰਾਏ ਅਬ ਕਹਾਂ ਕਰੇਗੋ, ਜੋ ਫਾਟਿਓ ਸਗਲੋ ਲਿਖਾ। ਮੇਰੇ ਜਨਮਾਂ ਜਨਮਾਂਤਰਾਂ ਦਾ ਹਿਸਾਬ ਦਾ ਜੋ ਕਾਗਜ਼ ਸੀ ਉਹ ਪਾਟ ਗਿਆ ਹੈ ਅਤੇ ਹੁਣ ਧਰਮਰਾਜ ਮੈਥੋਂ ਕੋਈ ਪੁੱਛ ਨਹੀਂ ਕਰੇਗਾ। ਮਹਾ ਆਨੰਦ ਭਏ ਸੁਖ ਪਾਇਆ, ਸੰਤਨ ਕੈ ਪ੍ਰਸਾਦੇ। ਹੇ ਭਾਈ, ਸੰਤ ਜਨਾਂ ਦੀ ਕਿਰਪਾ ਨਾਲ ਮੇਰੇ ਅੰਦਰ ਬੜਾ ਆਤਮਿਕ ਆਨੰਦ ਬਣਿਆ ਹੋਇਆ ਹੈ। ਅੰਤ ਵਿੱਚ ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਹਨ, ਕਹੋ ਨਾਨਕ ਹਰਿ ਸਿਉ ਮਨ ਮਾਨਿਆ, ਰੰਗ ਰਤੇ ਬਿਸਮਾਦੇ। ਪੰਜਵੇਂ ਪਾਤਸ਼ਾਹ ਜੀ ਆਖਦੇ ਹਨ ਕਿ ਮੇਰਾ ਮਨ ਪ੍ਰਮਾਤਮਾ ਨਾਲ ਬਤੀਜ ਗਿਆ ਹੈ ਅਤੇ ਅਚਰਜ ਪ੍ਰਭੂ ਦੇ ਰੰਗ ਵਿੱਚ ਮੈਂ ਰੰਗਿਆ ਗਿਆ ਹਾਂ। ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਸੰਗਤ ਅਤੇ ਗੁਰੂ ਬਖਸ਼ਣਹਾਰ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।